फ्रेंड्स वेलकम टू मैगनीफिसेंट लर्निंग। सो काफ़ी इंतजार ਤੁਹਾਨੂੰ ਕਰਨਾ ਪਿਆ ਕਾफ़ी टाइम तो बाद ਜਿਹੜੀ ਆਪਾਂ ਪੀਐਸ ਟੈਟ ਦੀ ਕਲਾਸਿਸ ਜਿਹੜੀਆਂ ਨੇ ਦੁਬਾਰਾ ਤੋਂ ਕੰਟੀਨਿਊ ਕਰਨ ਜਾ ਰਹੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਚੈਨਲ ਤੇ ਕੰਪਲੀਟ ਸੀਡੀਪੀ ਕੋਰਸ ਵੀ ਚੱਲ ਰਿਹਾ ਹੈ, ਜਿਸ ਦੀ ਕਲਾਸਿਸ ਆਲਰੇਡੀ ਅਪਲੋਡ ਹੋ ਚੁੱਕੀਆਂ ਨੇ ਔਰ ਕੁਝ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਦੇਖਣ ਨੂੰ ਜ਼ਰੂਰ ਤੋਂ ਮਿਲਣਗੀਆਂ। ਕਾफ़ੀ ਇੰਪੋਰਟੈਂਟ ਟੌਪਿਕ ਹੋਣਗੇ ਆਉਣ ਵਾਲੇ, ਔਰ ਜਿਹੜੀ ਨਾਲ ਦੀ ਨਾਲ ਅਸੀਂ ਕੰਪਲੀਟ ਪੰਜਾਬੀ ਪੈਡਾਗੋਜੀ ਦੀ ਕਲਾਸਿਸ ਵੀ ਕੰਟੀਨਿਊ ਕਰ ਰਹੇ ਹਾਂ, ਜਿਸ ਦੇ ਵਿੱਚ ਫਸਟ ਤੇ ਸੈਕੰਡ ਚੈਪਟਰ ਅਸੀਂ ਕੰਪਲੀਟ ਕਰ ਚੁੱਕੇ ਹਾਂ, ਉਸਦੀ ਸਮਰੀ ਵੀ ਕਰ ਚੁੱਕੇ ਹਾਂ, ਨਾਲ ਹੀ 80 ਕੁਐਸਚਨਸ ਜਿਹੜੇ ਨੇ ਉਹ ਕਰ ਚੁੱਕੇ ਹਾਂ। ਸਾਰੀਆਂ ਕਲਾਸਿਸ ਦਾ ਜਿਹੜਾ ਲਿੰਕ ਹੈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪ੍ਰੋਵਾਈਡ ਕਰਵਾ ਦਿੱਤਾ ਜਾਏਗਾ, ਉੱਥੋਂ ਤੁਸੀਂ ਦੇਖ ਸਕਦੇ ਹੋ। ਅੱਜ ਦੀ ਕਲਾਸ ਵੀ ਕਾਫੀ ਇੰਪੋਰਟੈਂਟ ਹੋਣ ਵਾਲੀ ਹੈ। ਅੱਜ ਦੀ ਕਲਾਸ ਵਿੱਚ ਟੋਟਲ ਅਸੀਂ 51 ਕੁਐਸਚਨਸ ਨੂੰ ਡਿਸਕਸ ਕਰਨ ਵਾਲੇ ਹਾਂ। ਸੋ ਕੁਐਸਚਨ ਨੰਬਰ 29 ਤੋਂ ਲੈ ਕੇ 26 ਤੋਂ ਲੈ ਕੇ ਬਾਕੀ ਸਾਰੇ ਹੀ ਕੁਐਸਚਨ ਜਿਹੜੇ ਨੇ ਪ੍ਰੀਵੀਅਸ ਈਅਰ ਕੁਐਸਚਨਸ ਨੇ, ਸੋ ਜੋ ਕਿ ਕਾਫੀ ਇੰਪੋਰਟੈਂਟ ਹੈ। ਪੀਐਸ ਟੈਟ ਦੇ ਵਿੱਚ ਜਿਹੜੇ ਕੁਐਸਚਨਸ ਨੇ ਕਈ ਵਾਰ ਰਿਪੀਟ ਵੀ ਹੋ ਜਾਂਦੇ ਨੇ। ਐਂਡ ਮੋਸਟ ਐਕਸਪੈਕਟਡ ਕੁਐਸਚਨ ਉਸ ਤੋਂ ਪਹਿਲੇ ਅਸੀਂ ਕਰਾਂਗੇ, ਠੀਕ ਹੈ। 25 ਕੁਐਸਚਨਸ ਮੋਸਟ ਐਕਸਪੈਕਟਡ ਰਹਿਣ ਵਾਲੇ ਨੇ, ਔਰ ਉਸ ਤੋਂ ਬਾਅਦ ਵਾਲੇ ਜਿਹੜੇ ਕੁਐਸਚਨ ਨੇ ਉਹ ਸਾਰੇ ਹੀ ਪ੍ਰੀਵੀਅਸ ਈਅਰ ਹੋਣਗੇ, ਠੀਕ ਹੈ ਜੀ। ਵੀਡੀਓ ਕਾਫੀ ਇੰਪੋਰਟੈਂਟ ਵਾਲੀ ਹੈ, ਵੀਡੀਓ ਨੂੰ ਕੰਪਲੀਟ ਜ਼ਰੂਰ ਦੇਖ ਕੇ ਆਪਣੇ ਫਰੈਂਡਸ ਤੱਕ ਸ਼ੇਅਰ ਕਰਿਓ। ਸੋ ਵਿਦਾਊਟ ਵੇਸਟਿੰਗ ਟਾਈਮ ਲੈਟਸ ਸਟਾਰਟ। ਫਸਟ ਕੁਐਸਚਨ ਇਜ਼ ਵਿਆਕਰਨ ਦੇ ਗਿਆਨ ਨਾਲ ਭਾਸ਼ਾ ਦਾ ਸੰਪੂਰਨ ਗਿਆਨ ਪ੍ਰਾਪਤ ਹੋ ਸਕਦਾ ਹੈ। ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਭਾਸ਼ਾ ਨੂੰ ਸਿੱਖਣ ਦੇ ਲਈ, ਭਾਸ਼ਾ ਦਾ ਸ਼ੁੱਧ ਰੂਪ ਨਾਲ ਬੋਲਣ ਅਤੇ ਲਿਖਣ ਦੇ ਲਈ ਸਾਨੂੰ ਵਿਆਕਰਨ ਦਾ ਗਿਆਨ ਜਿਹੜਾ ਬਹੁਤ ਹੀ ਜ਼ਰੂਰੀ ਹੋਣਾ ਚਾਹੀਦਾ ਹੈ। ਸੋ ਅਗਰ ਆਪਾਂ ਫਸਟ ਕੁਐਸਚਨ ਦੀ ਗੱਲ ਕਰੀਏ ਕਿ ਵਿਆਕਰਨ ਦੇ ਗਿਆਨ ਨਾਲ ਭਾਸ਼ਾ ਦਾ ਸੰਪੂਰਨ ਗਿਆਨ ਪ੍ਰਾਪਤ ਹੋ ਸਕਦਾ ਹੈ, ਸੋ ਆਪਣਾ ਰਾਈਟ ਆਪਸ਼ਨ ਕੀ ਹੈ? ਸੰਪੂਰਨ ਨਹੀਂ, ਠੀਕ ਹੈ ਜੀ, ਕਿਉਂਕਿ ਵਿਆਕਰਨ ਦੇ ਗਿਆਨ ਦੇ ਨਾਲ ਭਾਸ਼ਾ ਦਾ ਸੰਪੂਰਨ ਗਿਆਨ ਪ੍ਰਾਪਤ ਨਹੀਂ ਹੁੰਦਾ। ਨੈਕਸਟ ਹੈ, ਵਿਆਕਰਨ ਦੀ ਸਿੱਖਿਆ ਬਹੁਤ ਜ਼ਰੂਰੀ ਹੁੰਦੀ ਹੈ ਜੇਕਰ ਵਿਆਕਰਨ ਦੀ ਸਿੱਖਿਆ ਕਿਉਂ ਕਦੋਂ ਜ਼ਰੂਰੀ ਹੁੰਦੀ ਹੈ? ਮਾਤ ਭਾਸ਼ਾ ਸਿੱਖਣੀ ਹੋਵੇ, ਵਿਦੇਸ਼ੀ ਭਾਸ਼ਾ ਸਿੱਖਣੀ ਹੋਵੇ, ਰਾਸ਼ਟਰੀ ਭਾਸ਼ਾ ਸਿੱਖਣੀ ਹੋਵੇ, ਜਾਂ ਫਿਰ ਕੋਈ ਵੀ ਭਾਸ਼ਾ ਸਿੱਖਣੀ ਹੋਵੇ। ਵਿਆਕਰਨ ਦੀ ਸਿੱਖਿਆ ਬਹੁਤ ਜ਼ਰੂਰੀ ਉਦੋਂ ਬਣ ਜਾਂਦੀ ਹੈ ਜਦੋਂ ਅਸੀਂ ਕੋਈ ਵੀ ਫੋਰਨ ਲੈਂਗੁਏਜ ਸਿੱਖਣੀ ਹੋਵੇ, ਠੀਕ ਹੈ ਜੀ। ਸੋ ਮਾਤ ਭਾਸ਼ਾ ਸਿੱਖਣੀ ਹੋਵੇ, ਉਸਦਾ ਜਿਹੜਾ ਮੌਖਿਕ ਰੂਪ ਹੈ ਉਹ ਅਸੀਂ ਇੱਦਾਂ ਹੀ ਬਿਨਾਂ ਵਿਆਕਰਨ ਦੀ ਸਿੱਖਿਆ ਤੋਂ, ਗ੍ਰਾਮਰ ਦੀ ਐਜੂਕੇਸ਼ਨ ਤੋਂ ਬਿਨਾਂ ਹੀ ਸਿੱਖ ਲੈਂਦੇ ਹਾਂ, ਠੀਕ ਹੈ ਜੀ। ਸੋ ਅਗਰ ਵਿਦੇਸ਼ੀ ਭਾਸ਼ਾ ਸਿੱਖਣੀ ਹੋਵੇ, ਸੈਕੰਡ ਲੈਂਗੁਏਜ ਸਿੱਖਣੀ ਹੋਵੇ, ਤਾਂ ਵਿਆਕਰਨ ਦੀ ਸਿੱਖਿਆ ਬਹੁਤ ਹੀ ਜ਼ਰੂਰੀ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ, ਵਿਦਿਆਰਥੀਆਂ ਨੂੰ ਵਿਆਕਰਨ ਦਾ ਗਿਆਨ ਦਿੱਤਾ ਜਾਂਦਾ ਹੈ ਤਾਂ ਕਿ ਉਹ ਭਾਸ਼ਾ ਦੀ ਸ਼ੁੱਧ ਵਰਤੋਂ ਸਿੱਖ ਸਕਣ, ਸੋਹਣੀ ਵਰਤੋਂ ਕਰ ਸਕਣ, ਸਵੈ ਪ੍ਰਗਟਾਵਾ ਕਰ ਸਕਣ। ਉਪਰੋਕਤ ਵਿੱਚੋਂ ਕੋਈ ਨਹੀਂ। ਸੋ ਰਾਈਟ ਆਨਸਰ ਆਪਣੇ ਕੋਲ ਕੀ ਹੈ? ਸ਼ੁੱਧ ਵਰਤੋਂ ਸਿੱਖ ਸਕਣ। ਵਿਆਕਰਨ ਦਾ ਗਿਆਨ ਇਸ ਲਈ ਦਿੱਤਾ ਜਾਂਦਾ ਹੈ ਤਾਂ ਕਿ ਜਿਹੜਾ ਇੱਕ ਵਿਦਿਆਰਥੀ ਹੈ, ਇੱਕ ਵਿਅਕਤੀ ਹੈ, ਉਹ ਭਾਸ਼ਾ ਨੂੰ ਭਾਸ਼ਾ ਦੇ ਸ਼ੁੱਧ ਰੂਪ ਨੂੰ ਜਿਹੜਾ ਹੈਗਾ ਹੈ ਸਿੱਖ ਸਕੇ। ਨੈਕਸਟ ਕੁਐਸਚਨ ਹੈ, ਜਿੱਥੇ ਬੋਲਣ, ਲਿਖਣ, ਸੁਣਨ ਅਤੇ ਪੜ੍ਹਨ ਦਾ ਅਭਿਆਸ ਹੋ ਜਾਵੇ ਉੱਥੇ ਭਾਸ਼ਾ ਅਸ਼ੁੱਧ ਹੋ ਜਾਂਦੀ ਹੈ, ਸਪਸ਼ਟ ਹੋ ਜਾਂਦੀ ਹੈ, ਸੌਖੀ ਹੋ ਜਾਂਦੀ ਹੈ, ਸ਼ੁੱਧ ਹੋ ਜਾਂਦੀ ਹੈ। ਸੋ ਰਾਈਟ ਆਨਸਰ ਇਜ਼ ਸ਼ੁੱਧ ਹੋ ਜਾਂਦੀ ਹੈ। ਜਿੱਥੇ ਬੋਲਣ, ਲਿਖਣ, ਸੁਣਨ ਅਤੇ ਪੜ੍ਹਨ ਦਾ ਅਭਿਆਸ ਹੋ ਜਾਵੇ ਉੱਥੇ ਭਾਸ਼ਾ ਸ਼ੁੱਧ ਹੋ ਜਾਂਦੀ ਹੈ। ਸਾਨੂੰ ਪਤਾ ਹੈ ਕਿ ਜਿਹੜੇ ਭਾਸ਼ਾ ਦੇ 4 ਕੁਐਸਚਨ ਨੇ, ਬੋਲਣਾ, ਲਿਖਣਾ, ਸੁਣਨਾ ਅਤੇ ਪੜ੍ਹਨਾ। LSRW ਤੋਂ ਤੁਸੀਂ ਇਹਨਾਂ ਦੇ ਕਰਮ ਨੂੰ ਯਾਦ ਰੱਖ ਸਕਦੇ ਹੋ, ਲਿਸਨਿੰਗ, ਸਪੀਕਿੰਗ, ਰੀਡਿੰਗ ਐਂਡ ਰਾਈਟਿੰਗ। ਕਾਫੀ ਇੰਪੋਰਟੈਂਟ ਕੁਐਸਚਨ ਹੈ ਇਹ। ਬੱਚੇ ਦੀ ਸਵੈ ਪ੍ਰਗਟਾਅ ਦੀ ਸ਼ਕਤੀ ਉੱਤੇ ਵਿਆਕਰਨ ਦਾ ਪ੍ਰਭਾਵ ਪੈਂਦਾ ਹੈ? ਨਹੀਂ ਪੈਂਦਾ, ਥੋੜ੍ਹਾ ਪੈਂਦਾ ਹੈ, ਬਹੁਤ ਜ਼ਿਆਦਾ ਪੈਂਦਾ ਹੈ। ਸੋ ਰਾਈਟ ਆਨਸਰ ਇਸ ਨਹੀਂ ਪੈਂਦਾ। ਬੱਚੇ ਦੀ ਸਵੈ ਪ੍ਰਗਟਾਅ ਦੀ ਸ਼ਕਤੀ, ਯਾਨੀ ਕਿ ਜਦੋਂ ਉਸਨੇ ਆਪਣੇ ਆਪ ਨੂੰ ਪ੍ਰਗਟ ਕਰਨਾ, ਆਪਣੇ ਵਿਚਾਰ, ਆਪਣੀ ਥਿੰਕਿੰਗ, ਜੋ ਵੀ ਸਾਰਾ ਕੁਛ ਹੈਗਾ, ਆਪਣੇ ਆਈਡੀਆਜ਼ ਜਿਹੜੇ ਸ਼ੇਅਰ ਕਰਨੇ ਨੇ, ਤਾਂ ਵਿਆਕਰਨ ਦਾ ਪ੍ਰਭਾਵ ਜਿਹੜਾ ਹੈ ਉਹ ਨਹੀਂ ਪੈਂਦਾ। ਕੁਐਸਚਨ ਹੈ, ਵਿਆਕਰਨ ਦੇ ਨਿਯਮਾਂ ਦਾ ਗਿਆਨ ਇੰਨਾ ਜ਼ਰੂਰੀ ਨਹੀਂ ਜਿੰਨਾ ਉਹਨਾਂ ਨਿਯਮਾਂ ਦਾ ਅਭਿਆਸ ਤੇ ਪ੍ਰਯੋਗ ਵਿੱਚ ਲਿਆਉਣਾ ਜ਼ਰੂਰੀ ਹੈ, ਕਿਉਂਕਿ ਨਿਯਮ ਭਾਸ਼ਾ ਦੀ ਬੋਲਚਾਲ ਵਿੱਚ ਰੁਕਾਵਟ ਪੈਦਾ ਕਰਦੇ ਹਨ। ਨਿਯਮ ਵਿਅਕਤੀ ਦੇ ਸਵੈ ਪ੍ਰਗਟਾਵੇ ਵਿੱਚ ਰੁਕਾਵਟ ਪੈਦਾ ਕਰਦੇ ਹਨ। ਨਿਯਮਾਂ ਨੂੰ ਜਾਣਨ ਵਾਲੇ ਵੀ ਅਭਿਆਸ ਦੀ ਕਮੀ ਕਾਰਨ ਭਾਸ਼ਾ ਨੂੰ ਅਸ਼ੁੱਧ ਬੋਲਦੇ ਅਤੇ ਅਸ਼ੁੱਧ ਲਿਖਦੇ ਹਨ, ਜਾਂ ਫਿਰ ਉਪਰੋਕਤ ਕੋਈ ਨਹੀਂ। ਸੋ ਰਾਈਟ ਆਨਸਰ ਇਜ਼ ਆਪਸ਼ਨ ਨੰਬਰ 3, ਨਿਯਮਾਂ ਨੂੰ ਜਾਣਨ ਵਾਲੇ ਵੀ ਅਭਿਆਸ ਦੀ ਕਮੀ ਕਾਰਨ ਭਾਸ਼ਾ ਨੂੰ ਅਸ਼ੁੱਧ ਬੋਲਦੇ ਅਤੇ ਲਿਖਦੇ ਹਨ। ਸੋ ਇਸ ਲਈ ਕਿਹਾ ਜਾਂਦਾ ਹੈ ਕਿ ਵਿਆਕਰਨ ਦੇ ਨਿਯਮਾਂ ਦਾ ਗਿਆਨ ਹੀ ਜ਼ਰੂਰੀ ਨਹੀਂ ਹੈ, ਬਲਕਿ ਉਹਨਾਂ ਨੂੰ ਕਿਸ ਤਰੀਕੇ ਨਾਲ ਪ੍ਰਯੋਗ ਕੀਤਾ ਜਾਵੇ ਅਤੇ ਉਹਨਾਂ ਦੀ ਜਿਹੜੀ ਪ੍ਰੈਕਟਿਸ ਹੈ, ਅਭਿਆਸ ਹੈ, ਉਹ ਵੀ ਜ਼ਰੂਰ ਹੋਣਾ ਚਾਹੀਦਾ ਹੈ। ਨੈਕਸਟ ਕੁਐਸਚਨ ਹੈ, ਭਾਸ਼ਾ ਦੇ ਬੋਲਣ ਅਤੇ ਲਿਖਣ ਲਈ ਕਿਸ ਦੀ ਲੋੜ ਹੁੰਦੀ ਹੈ? ਵਿਆਕਰਨ ਦੀ, ਭਾਸ਼ਾ ਦੀਆਂ ਵੰਨਗੀਆਂ ਦੀ, ਮਨੁੱਖੀ ਧੁਨੀ ਅੰਗਾਂ ਦੀ, ਜਾਂ ਫਿਰ ਉਪਰੋਕਤ ਕਿਸੇ ਦੀ ਵੀ ਨਹੀਂ। ਸੋ ਰਾਈਟ ਆਨਸਰ ਇਜ਼ ਆਪਸ਼ਨ ਫਸਟ, ਵਿਆਕਰਨ ਦੀ। ਭਾਸ਼ਾ ਦੇ ਬੋਲਣ ਅਤੇ ਲਿਖਣ ਲਈ ਕਿਸ ਦੀ ਲੋੜ ਹੁੰਦੀ ਹੈ? ਵਿਆਕਰਨ ਦੀ। ਹਰੇਕ ਭਾਸ਼ਾ ਦੇ ਕਿਹੜੇ ਮੁੱਖ ਅੰਗ ਹੁੰਦੇ ਹਨ? ਧੁਨੀਆਂ ਤੇ ਸ਼ਬਦ, ਸ਼ਬਦ ਤੇ ਵਾਕ, ਧੁਨੀ, ਸ਼ਬਦ, ਵਾਕ ਤੇ ਅਰਥ, ਵਾਕ ਤੇ ਧੁਨੀ। ਸੋ ਰਾਈਟ ਆਨਸਰ ਇਜ਼ ਆਪਸ਼ਨ 3, ਹਰੇਕ ਭਾਸ਼ਾ ਦੇ ਕਿਹੜੇ ਮੁੱਖ ਅੰਗ ਨੇ? ਧੁਨੀ, ਸ਼ਬਦ, ਵਾਕ ਤੇ ਅਰਥ। ਨੈਕਸਟ ਕੁਐਸਚਨ ਹੈ, ਕਿਸੇ ਭਾਸ਼ਾ ਦੇ ਪੈਦਾ ਹੋਣ ਨਾਲ ਉਸਦੇ ਨਾਲ ਹੀ ਅਸਿੱਧੇ ਤੌਰ ਤੇ ਕਿਸ ਦਾ ਜਨਮ ਹੁੰਦਾ ਹੈ? ਠੀਕ ਹੈ, ਅੱਖਰਾਂ ਦਾ, ਨਿਯਮ ਵਿਧਾਨ ਦਾ, ਸ਼ਬਦਾਂ ਦਾ, ਜਾਂ ਫਿਰ ਧੁਨੀਆਂ ਦਾ। ਕਿਸੇ ਭਾਸ਼ਾ ਦੇ ਪੈਦਾ ਹੋਣ ਦੇ ਨਾਲ ਹੀ ਕਿਸ ਦਾ ਜਨਮ ਹੁੰਦਾ ਹੈ? ਨਿਯਮ ਤੇ ਵਿਧਾਨ ਦਾ। ਹਰੇਕ ਭਾਸ਼ਾ ਦੀ ਵਿਆਕਰਨ ਹੁੰਦੀ ਹੈ ਵੱਖਰੀ ਤੇ ਨਿਵੇਕਲੀ, ਦੂਸਰੀਆਂ ਭਾਸ਼ਾਵਾਂ ਨਾਲ ਰਲਦੀ ਮਿਲਦੀ, ਗੁਆਂਢੀ ਭਾਸ਼ਾ ਨਾਲ ਰਲਦੀ ਮਿਲਦੀ, ਜਾਂ ਫਿਰ ਰਾਸ਼ਟਰੀ ਭਾਸ਼ਾ ਦੀ ਵਿਆਕਰਨ ਨਾਲ ਰਲਦੀ ਮਿਲਦੀ। ਰਾਈਟ ਆਨਸਰ ਕੀ ਹੈ? ਵੱਖਰੀ ਤੇ ਨਿਵੇਕਲੀ। ਹਰੇਕ ਭਾਸ਼ਾ ਹੈ ਉਸਦੀ ਅਲੱਗ-ਅਲੱਗ ਵਿਆਕਰਨ ਹੈ, ਵੱਖਰੀ ਹੈ ਤੇ ਨਿਵੇਕਲੀ ਹੈ।
व्याकरण भाषा के किहड़े अंग की व्याख्या नहीं करता? धुनियां दी, अर्थ दी, वाक दी या फिर अखरां दी? राइट आंसर की है जी? अर्थ दी। नैक्सट क्वेश्चन है, सिक्ख्या का सर्वोत्तम साधन किहड़ा है? लिपि, भाषा, रेडियो या फिर टैलीविजन? सो सिक्ख्या का सर्वोत्तम साधन किसनूं मन्निया जाता है? भाषा नूं। राष्ट्र भाषा के रूप में भाषा का सब तो वड्डा कार्य किहड़ा है? देश का विकास करना, लोगों को सिक्खित बनाना, राष्ट्रीय एकता पैदा करना, सारे धर्मों में एकता लियानी। इस दा राइट आंसर की है? ऑप्शन थर्ड, राष्ट्रीय एकता पैदा करनी। राष्ट्र भाषा के रूप में भाषा का सब तो वड्डा कार्य की है? राष्ट्रीय एकता पैदा करनी। भाषा का समाज प्रति सब तो वड्डा कार्य किहड़ा है? भाषा नाल समाज विकास करता है, यह समाज का ज्ञान सुरक्षित रखती है, यह व्यक्तियों को एक दूजे नाल जोड़ती है, यह समाज में एकसूरता लियाउंदी है। राइट आंसर की है? ऑप्शन सैकेंड, यह समाज का ज्ञान सुरक्षित रखती है। भाषा का समाज प्रति सब तो वड्डा कार्य किहड़ा है? समाज का जिहड़ा ज्ञान है वह सुरक्षित रखती है। नैक्सट क्वेश्चन है, भाषा एक यंत्र है, एक साधन है जिस विच आनंद, प्रसन्नता ते ज्ञान प्राप्त होंदा है, यह रुचियां ते भावनावां का निर्देशक है। यह कथन किहड़े विद्वान का है जी? यह कथन है जी रायबरन का। ठीक है जी। नैक्सट क्वेश्चन है, भाषा का असल रूप शामिल होंदा है उस दियां। भाषा का असल रूप किस शामिल होंदा है? धुनियां दे विच। राइट आंसर की है? धुनियां विच। भाषा का असल रूप होंदा है लिखती, मौखिक, सुनन या फिर समझन। राइट आंसर की है? मौखिक। भाषा का असल रूप की होंदा है? मौखिक, बोलना जो तुसीं स्पीकिंग करते हैं। बच्चे का भाषा ज्ञान शुरू होंदा है एक शब्द तो, एक वाक तो, धुनी तो या फिर विचारक तो। राइट आंसर की है? एक शब्द तो शुरू होंदा है। ठीक है, जिवें कि म करना। राइट। नैक्सट है, बच्चे के भाषा ज्ञान का आधार होंदा है भाषा के अखर, वाक, धुनियां या फिर उपरोक्त सारे। राइट आंसर की है? धुनियां। बच्चे के भाषा ज्ञान का आधार की होंदा है? धुनियां। भाषा सुनन ते समझण का कार्य बच्चा ਵੱਖ-ਵੱਖ तरह करता है, इक्को समय नालों नाल करता है। सुनन पहला ते समझण बाद विच करता है, उपरोक्त सारे ठीक हैं। राइट आंसर की है? भाषा ते सुनन ते समझण का कार्य, सुनना ते समझना दोनों ही जिहड़े प्रोसैस ने वो नालों नाल करता है। ठीक है जी। भाषा सिक्ख्या का बहुत वड्डा कार्य होंदा है लिखती कौशल नाल, मौखिक कौशल नाल, पढ़न कौशल नाल या फिर देखण ते सुनन कौशल दे नाल। सो अपने राइट आंसर की है? मौखिक कौशल दे नाल। भाषा सिक्ख्या का बहुत वड्डा कार्य किस दे नाल है? मौखिक कौशल दे नाल। नैक्सट क्वेश्चन है, भाषा सम्मेलनां, विचार गोष्ठियां ते सैमीनारां तो लाभ उठाउण लई व्यक्ति नूं होना चाहिए है लिखती कौशल विच माहिर, मौखिक कौशल विच माहिर, सुनन ते समझण कौशल विच माहिर या फिर भाषा के सारे कौशलों दे विच माहिर। सो साडी राइट आंसर की है? ऑप्शन नंबर थर्ड, सुनन ते समझण कौशल दे विच माहिर होना चाहिए है। काफ़ी इंपॉर्टेंट क्वेश्चन है। भाषा के सुनन कौशल तो की भाव है? वेरी इंपॉर्टेंट क्वेश्चन। भाषा के सुनन कौशल तो भाव है भाषा नूं सुनना, भाषा नूं जानना, धुनियां सुन के अर्थ ग्रहण करना या फिर उपरोक्त सारे ठीक हैं। राइट आंसर की है? धुनियां सुन के ते अर्थ ग्रहण करन नूं की बोलिया जाता है? सुनन कौशल। नैक्सट क्वेश्चन है, विचारां दा आदान प्रदान भाषा के किहड़े कौशल द्वारा होंदा है? सुनन ते समझन, बोलन, लिखन या फिर पढ़न। राइट आंसर की है? बोलना। जो भी असीं विचारां दा आदान प्रदान करना है तो की करना पेगा? बोलना पेगा। बच्चे के जीवन के बहुते कार्य भाषा के किहड़े कौशल द्वारा होंदे हैं? लिखती कौशल द्वारा, सुनन समझण कौशल द्वारा, पढ़न कौशल द्वारा या फिर मौखिक कौशल द्वारा। सो राइट आंसर की है? ऑप्शन नंबर फोर्थ। ठीक है जी। मौखिक कौशल द्वारा। बच्चे के जीवन के बहुते कार्य किस नाल होंदे ने? मौखिक कौशल के द्वारा। हुण साडे सारे क्वेश्चन जिहड़े प्रीवियस स्टार्ट हो रहे हैं, काफ़ी ध्यान दे नाल इन्हां नूं पढ़िओ। ठीक है, काफ़ी क्वेश्चन जिहड़े रिपीट भी होने की संभावना होंदी है। माया अपनी जमात दे विच कविता संबंधी विचार वटांदरा करन तो पहलां उस कविता का 2-3 बार पाठ करती है। अजिहा करन दा प्रमुख उद्देश्य की है? सिख्यार्थियों नूं दुरुस्त काफिया, रदीफ की पछाण करवाउणा, काव्य संवेदना पैदा करना जिस नाल सिख्यार्थी अर्थां का अंदाज़ा लगा सकन, सही उचारण, सुर लहर और पिच पैटर्न सिखाना, सिख्यार्थी भिन्न भिन्न अलंकारां की पछाण कर सकन। सो इसकी राइट आंसर जी बेस्ट की होएगी? राइट आंसर होएगी ऑप्शन नंबर सैकेंड, काव्य संवेदना पैदा करना जिस नाल सिख्यार्थी अर्थां का अंदाज़ा लगा सकन। क्वेश्चन की दोबारा रीड करते हैं। माया अपनी जमात विच कविता संबंधी जो भी कविता पढ़ानी हैगी है तो विचार वटांदरा करन तो पहले कविता का 2-3 बार पाठ करती है। क्यों करती है? क्योंकि काव्य संवेदना पैदा करने के लिए जिस नाल सिख्यार्थी अर्थां का अंदाज़ा लगा सकन। हेठां लिखियां चों किहड़ा वस्तुगत प्रश्न नहीं है? खाली थावां भरन वाले, सही गलत वाले, बहुविकल्पी या फिर टुकवें जुट्टां वाले। राइट आंसर की है? खाली थावां वाले। सही गलत, बहुविकल्पी ते टुकवें जिहड़े ने वस्तुगत प्रश्न हैं। नैक्सट क्वेश्चन है, आगमन विधि द्वारा व्याकरण सिक्ख्या की तरतीब किहड़ी है? आगमन विधि। सो जिहड़ा इहदा राइट आंसर है ऑप्शन 4 है।
ਆਗਮਨ ਵਿਧੀ ਦੇ ਵਿੱਚ ਕੀ ਹੁੰਦਾ, ਸਭ ਤੋਂ ਪਹਿਲਾਂ ਜਦੋਂ ਵੀ ਕੋਈ ਨਿਯਮ ਸਿਖਾਇਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਕੀ ਦਿੱਤੀ ਜਾਂਦੀ ਹੈ, ਉਦਾਹਰਣ ਦਿੱਤੀ ਜਾਂਦੀ ਹੈ। ਐਗਜ਼ਾਮਪਲ ਪੇਸ਼ ਕਰਨ ਤੋਂ ਬਾਅਦ ਵਿਸ਼ਲੇਸ਼ਣ ਕੀਤਾ ਜਾਂਦਾ ਹੈ, ਉਸਦਾ ਸਧਾਰਨੀਕਰਨ ਕੀਤਾ ਜਾਂਦਾ, ਉਸ ਤੋਂ ਬਾਅਦ ਹੀ ਬੱਚੇ ਨੂੰ ਜਿਹੜੇ ਨਿਯਮ ਨੇ ਉਸਦੇ ਸਾਹਮਣੇ ਇੰਟਰੋਡਿਊਸ ਕੀਤੇ ਜਾਂਦੇ ਨੇ। ਆਗਮਨ ਵਿਧੀ ਦੇ ਵਿੱਚ ਕੀ ਹੁੰਦਾ, ਪਹਿਲੇ ਉਦਾਹਰਣ, ਉਸ ਤੋਂ ਬਾਅਦ ਨਿਯਮ ਦੱਸਿਆ ਜਾਂਦਾ ਹੈ। ਬਟ ਜਿਹੜੀ ਨਿਗਮਨ ਵਿਧੀ ਹੈ ਉਸ ਦੇ ਵਿੱਚ ਪਹਿਲੇ ਨਿਯਮ ਦੱਸਿਆ ਜਾਂਦਾ ਹੈ, ਬਾਅਦ ਦੇ ਵਿੱਚ ਜਿਹੜੀ ਉਦਾਹਰਣ ਪ੍ਰਸਤੁਤ ਕੀਤੀ ਜਾਂਦੀ ਹੈ। ਠੀਕ ਹੈ, ਕਾਫੀ ਇੰਪੋਰਟੈਂਟ ਕੁਐਸਚਨ ਹੈ ਔਰ ਆਗਮਨ ਵਿਧੀ ਨਿਗਮਨ ਵਿਧੀ ਇਸ ਨੂੰ ਧਿਆਨ ਨਾਲ ਪੜ੍ਹ ਲਓ, ਇਹ ਵੀ ਕਾਫੀ ਇਸ ਦੇ ਨਾਲ ਰਿਲੇਟਡ ਕੁਐਸਚਨ ਜਿਹੜੇ ਪੁੱਛੇ ਜਾਂਦੇ ਨੇ। ਗਦ ਅਧਿਐਨ ਦਾ ਪ੍ਰਮੁੱਖ ਉਦੇਸ਼ ਹੈ, ਵੇਗ ਵਿੱਚ ਪੜ੍ਹਨ ਦਾ ਅਭਿਆਸ। ਇੱਕ ਚੀਜ਼ ਹੋ ਰਹੇ, ਤੁਸੀਂ ਭਾਵੇਂ ਪੀਟੈਟ 1 ਦੇ ਰਹੇ ਹੋ 2 ਦੇ ਰਹੇ ਹੋ, ਸਿਲੇਬਸ ਬਿਲਕੁਲ ਸੇਮ ਹੈ, ਕੁਐਸਚਨ 'ਚ ਲੈਵਲ 'ਚ ਥੋੜ੍ਹਾ ਜਿਹਾ ਡਿਫਰੈਂਟ ਹੋ ਸਕਦਾ। ਬਾਕੀ ਇਹ ਵੀਡੀਓ ਜਿਹੜੀ ਹੈ ਬਹੁਤ ਪੇਪਰ ਦੇ ਲਈ ਤੁਹਾਨੂੰ ਹੈਲਪਫੁਲ ਹੋਏਗੀ। ਗਦ ਅਧਿਐਨ ਦਾ ਪ੍ਰਮੁੱਖ ਉਦੇਸ਼ ਹੈ ਵੇਗ ਵਿੱਚ ਪੜ੍ਹਨ ਦਾ ਅਭਿਆਸ, ਭਾਸ਼ਾ ਹਾਵ ਭਾਵ ਵਿਚਾਰ ਦਾ ਵਿਸ਼ਲੇਸ਼ਣ, ਧੁਨੀ ਸ਼ਬਦ ਵਾਕ ਰਚਨਾ ਦਾ ਵਿਸ਼ਲੇਸ਼ਣ, ਰਸ ਛੰਦ ਅਲੰਕਾਰ ਦਾ ਅਧਿਐਨ। ਸੋ ਇਹਦੀ ਰਾਈਟ ਆਨਸਰ ਕੀ ਹੈ, ਆਪਸ਼ਨ ਨੰਬਰ 2 ਭਾਸ਼ਾ ਹਾਵ ਭਾਵ ਵਿਚਾਰਾਂ ਦਾ ਸੰਸਲੇਸ਼ਣ। ਸੋ ਗਦ ਅਧਿਐਨ ਦੇ ਨਾਲ ਕੀ ਹੁੰਦਾ ਹੈ, ਭਾਸ਼ਾ ਹਾਵ ਭਾਵ ਵਿਚਾਰਾਂ ਦਾ ਵਿਸ਼ਲੇਸ਼ਣ ਹੁੰਦਾ ਹੈ। ਨੈਕਸਟ ਕੁਐਸਚਨ ਹੈ, ਪ੍ਰਾਇਮਰੀ ਪੱਧਰ ਤੇ ਆਰੰਭਿਕ ਸਕੂਲ ਦੇ ਸਿਖਿਆਰਥੀਆਂ ਨੂੰ ਸਾਹਿਤ ਪੜ੍ਹਾਉਣ ਦਾ ਕੀ ਉਦੇਸ਼ ਹੈ। ਸਾਹਿਤ ਰਾਹੀਂ ਭਾਸ਼ਾ ਦਾ ਗਿਆਨ ਦੇਣਾ, ਉਹਨਾਂ ਨੂੰ ਸਾਹਿਤ ਦੀ ਪ੍ਰਸ਼ੰਸਾ ਕਰਨੀ ਸਿਖਾਉਣੀ, ਸਾਹਿਤ ਲਈ ਸਿਖਿਆਰਥੀਆਂ ਵਿੱਚ ਰੁਚੀ ਪੈਦਾ ਕਰਨਾ, ਜਾਂ ਫਿਰ ਆਲੋਚਨਾਤਮਕ ਸੋਚ ਦੀ ਯੋਗਤਾ ਦਾ ਵਿਕਾਸ ਕਰਨਾ। ਸੋ ਇਸ ਦੀ ਆਪਣੇ ਕੋਲ ਰਾਈਟ ਆਨਸਰ ਕੀ ਹੋਏਗੀ, ਆਪਸ਼ਨ ਨੰਬਰ ਫਸਟ ਪ੍ਰਾਇਮਰੀ ਪੱਧਰ, ਜਿਹੜਾ ਪ੍ਰਾਇਮਰੀ ਲੈਵਲ ਹੈ ਉਸ ਦੇ ਆਰੰਭਿਕ ਸਕੂਲ ਦੇ ਸਿੱਖਿਆਰਥੀ ਨੂੰ ਸਾਹਿਤ ਪੜ੍ਹਾਉਣ ਦਾ ਕੀ ਉਦੇਸ਼ ਹੋਏਗਾ ਕਿ ਸਾਹਿਤ ਰਾਹੀਂ ਭਾਸ਼ਾ ਦਾ ਗਿਆਨ ਦੇਣਾ। ਬੇਸਿਕਲੀ ਜਦੋਂ ਬੱਚਾ ਪ੍ਰਾਇਮਰੀ ਲੈਵਲ 'ਤੇ ਹਾਲੇ ਤਾਂ ਉਹ ਭਾਸ਼ਾ ਸਿੱਖ ਰਿਹਾ ਹੈ, ਉਸ ਨੂੰ ਕਿਵੇਂ ਪ੍ਰਗਟਾ ਕਰਨਾ ਹੈ, ਕਿਵੇਂ ਉਸਦਾ ਲਿਖਤੀ ਰੂਪ ਦੇਣਾ ਹੈ, ਸਾਰਾ ਕੁਝ ਸਿੱਖ ਰਿਹਾ। ਇਸ ਕਰਕੇ ਸਾਹਿਤ ਦੇ ਰਾਹੀਂ ਅਸੀਂ ਕੀ ਕਰ ਸਕਦੇ ਹਾਂ, ਭਾਸ਼ਾ ਦਾ ਬੱਚੇ ਨੂੰ ਗਿਆਨ ਦੇ ਸਕਦੇ ਹਾਂ। ਸੋ ਇਹ ਜਿਹੜੀ ਢੁਕਵਾਂ ਆਨਸਰ ਹੋਏਗਾ। ਬੱਚਿਆਂ ਦਾ ਮੌਖਿਕ ਪ੍ਰਗਟਾਓ ਨਾਪਣ ਦਾ ਸਭ ਤੋਂ ਚੰਗਾ ਤਰੀਕਾ ਕਿਹੜਾ ਹੈ। ਪਾਠ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਸੁਣਨਾ, ਪਾਠ ਪੁਸਤਕਾਂ ਦੇ ਵੱਖਰੇ ਪਾਠ ਪੜ੍ਹਾਉਣਾ, ਕਿਸੇ ਅੱਖੀ ਦੇਖੀ ਘਟਨਾ ਦਾ ਵਰਣਨ ਕਰਨਾ, ਜਾਂ ਫਿਰ ਪਾਠ ਵਿੱਚ ਆਏ ਕਠਿਨ ਸ਼ਬਦਾਂ ਦਾ ਉਚਾਰਨ ਕਰਨਾ। ਸੋ ਇਹ ਜਿਹੜਾ ਕੁਐਸਚਨ ਹੈ ਕਾਫੀ ਜ਼ਿਆਦਾ ਵਾਰ ਪੁੱਛਿਆ ਜਾ ਚੁੱਕਿਆ ਹੈ। ਇਸ ਦਾ ਜਿਹੜਾ ਆਨਸਰ ਹੈ ਮੌਖਿਕ ਪ੍ਰਗਟਾਓ ਦੇ ਵਿੱਚ ਇਹ ਆਪਸ਼ਨ ਜਿਹੜੀ ਹੈ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲੇਗੀ, ਕਿਸੇ ਅੱਖੀ ਦੇਖੀ ਘਟਨਾ ਦਾ ਵਰਣਨ ਕਰਨਾ। ਸੋ ਇਹ ਆਪਸ਼ਨ ਜਿਹੜੀ ਹੈ ਕਾਫੀ ਕੇਸਿਸ ਦੇ ਵਿੱਚ ਰਾਈਟ ਹੋਈ ਹੈ। ਠੀਕ ਹੈ, ਜਿੱਥੇ ਮੌਖਿਕ ਪ੍ਰਗਟਾਅ ਦੀ ਗੱਲ ਆਉਂਦੀ ਆ। ਨੈਕਸਟ ਹੈ ਵਿਆਕਰਨ, ਲਿਖਤੀ ਪ੍ਰਗਟਾਅ ਵਾਲਾ ਵੀ ਇੱਕ ਕੁਐਸਚਨ ਕੀਤਾ ਸੀ, ਉਸ ਦੇ ਵਿੱਚ ਵੀ ਇਹ ਆਪਸ਼ਨ ਜਿਹੜੀ ਹੈ ਰਾਈਟ ਬਣੀ ਗਈ ਸੀ। ਵਿਆਕਰਨ ਪੜ੍ਹਾਉਣ ਦੀ ਕਿਸ ਵਿਧੀ ਵਿੱਚ ਉਦਾਹਰਨ ਤੋਂ ਨਿਯਮ ਵੱਲ ਜਾਂਦੇ ਹਾਂ। ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਹੈਗਾ, ਉਦਾਹਰਨ ਸਭ ਤੋਂ ਪਹਿਲਾਂ ਉਦਾਹਰਨ ਦੱਸੀ ਜਾਂਦੀ, ਉਸ ਤੋਂ ਬਾਅਦ ਨਿਯਮ ਦੱਸਿਆ ਜਾਂਦਾ। ਸੋ ਇਹ ਕਿਸ ਵਿਧੀ ਦੇ ਵਿੱਚ ਹੁੰਦਾ ਹੈ, ਇਹ ਹੁੰਦਾ ਹੈ ਜੀ ਆਗਮਨ ਵਿਧੀ ਦੇ ਵਿੱਚ। ਠੀਕ ਹੈ ਜੀ, ਔਰ ਇਸ ਤੋਂ ਉਲਟ ਜਿਹੜਾ ਹੈ, ਅਗਰ ਨਿਯਮ ਤੋਂ ਆਪਾਂ ਉਦਾਹਰਨ ਵੱਲ ਜਾਣਾ ਤਾਂ ਉਹ ਕਿਹੜੀ ਵਿਧੀ ਹੋਏਗੀ, ਨਿਗਮਨ ਵਿਧੀ। ਠੀਕ ਹੈ, ਇਹ ਗੱਲ ਨੂੰ ਯਾਦ ਰੱਖਣਾ ਤੁਸੀਂ। ਵਾਕ ਨੂੰ ਪੜ੍ਹਨ ਵੇਲੇ ਕਈ ਥਾਂ ਰੁਕਣਾ ਪੈਂਦਾ ਹੈ, ਅਜਿਹੇ ਸਥਾਨ 'ਤੇ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਇਸ ਦੇ ਸਥਾਨ 'ਤੇ ਵਰਤੋਂ ਕੀਤੀ ਜਾਂਦੀ ਹੈ ਜੀ ਕਾਮਾ 'ਤੇ, ਸੌਰੀ, ਠੀਕ ਹੈ, ਕਾਮਾ 'ਤੇ। ਇਸ ਦੇ ਆਪਸ਼ਨਸ ਨੇ ਦੁਬਿੰਦੀ, ਕਾਮਾ, ਬ੍ਰੈਕਟ ਜਾਂ ਫਿਰ ਬਿੰਦੀ। ਵਾਕ ਨੂੰ ਪੜ੍ਹਨ ਵੇਲੇ ਰੁਕਣਾ ਪੈਂਦਾ ਹੈ ਤਾਂ ਉਸਨੂੰ ਆਪਾਂ ਕੀ ਲਗਾਉਂਦੇ ਹੁੰਦੇ ਹਾਂ, ਕੋਮਾ। ਪੰਜਾਬੀ ਭਾਸ਼ਾ ਵਿੱਚ ਹੇਠਾਂ ਲਿਖਿਆਂ ਵਿੱਚੋਂ ਕਿਸ ਦੇ ਜ਼ਿਆਦਾ ਨੇੜੇ ਹੈ। ਇਹ ਕੁਐਸਚਨ ਵੀ ਰੈਪੀਟੇਟਿਵ ਹੈ। ਠੀਕ ਹੈ, ਸੋ ਇਸ ਦੀ ਰਾਈਟ ਆਨਸਰ ਕੀ ਹੈ, ਪ੍ਰਕਿਰਤਿਕ। ਪੰਜਾਬੀ ਭਾਸ਼ਾ ਵਿੱਚ ਕਿਸ ਦੇ ਜ਼ਿਆਦਾ ਨੇੜੇ ਹੈ, ਪ੍ਰਕਿਰਤਿਕ ਦੇ। ਨਿੱਕੀ ਨਿੱਕੀ ਬੂੰਦੀ, ਨਿੱਕਿਆ ਮੀਂਹ ਵੇ ਵਰੇ, ਘੋੜੀ ਹੈ, ਸੁਹਾਗ ਹੈ, ਸਿੱਠਣੀ ਹੈ, ਜਾਂ ਫਿਰ ਸੰਗੀਤ ਹੈ। ਸੋ ਇਸ ਦੀ ਰਾਈਟ ਆਨਸਰ ਕੀ ਹੈ, ਘੋੜੀ ਹੈ। ਨਿੱਕੀ ਨਿੱਕੀ ਬੂੰਦੀ, ਨਿੱਕਿਆ ਮੀਂਹ ਵੇ ਵਰੇ, ਘੋੜੀ ਹੈ। ਪੁਸਤਕਾਲੇ ਦੀ ਲੋੜ ਤੇ ਮਹੱਤਤਾ। ਪੁਸਤਕਾਂ ਬਾਰੇ ਜਾਣਕਾਰੀ ਦੇਣ ਲਈ, ਪੜ੍ਹਨ 'ਚ ਰੁਚੀ ਉਤੇਜਿਤ ਕਰਨ ਲਈ, ਸੁਤੰਤਰ ਕੰਮ ਕਰਨ ਲਈ, ਵਿਅਕਤੀ ਦੇ ਅਨੁਭਵਾਂ ਵਿੱਚ ਵਾਧਾ ਕਰਨ ਲਈ। ਇਸ ਦਾ ਰਾਈਟ ਆਨਸਰ ਕੀ ਹੈ, ਪੜ੍ਹਨ 'ਚ ਰੁਚੀ ਪੈਦਾ ਕਰਨ ਦੇ ਲਈ। ਨੈਕਸਟ ਕੁਐਸਚਨ ਹੈ, ਕਿਹੜਾ ਸ਼ਬਦ ਸ਼ੁੱਧ ਹੈ। ਸੋ ਇਸ ਦੀ ਸ਼ੁੱਧ ਸ਼ਬਦ ਦੱਸਣਾ ਹੈ। ਇਹ ਇਹਦੇ ਸਪੈਲਿੰਗ ਬਿਲਕੁਲ ਸਹੀ ਨੇ, ਅਤਕਥਨੀ ਦੇ, ਤਾਂ ਤੈਨੂੰ ਸਿਆਰੀ ਆਉਣੀ ਆ। ਐਂਡ ਨੈਕਸਟ ਕੁਐਸਚਨ ਹੈ, ਉਹ ਅਖਬਾਰ ਪੜ੍ਹਦਾ ਹੈ। ਵਾਕ ਵਿੱਚ ਪੜ੍ਹਦਾ ਸ਼ਬਦ ਵਿੱਚ ਦਾ ਹੇਠਾਂ ਲਿਖਿਆਂ ਵਿੱਚੋਂ ਕੀ ਹੈ। ਬੇਸਿਕਲੀ ਦਾ ਦੀ ਅਗਰ ਆਪਾਂ ਗੱਲ ਕਰੀਏ, ਉਪਸਰਗ ਹੈ, ਪਦ ਹੈ, ਵਿਭਕਤੀ ਹੈ, ਜਾਂ ਫਿਰ ਕੋਈ ਨਹੀਂ। ਸੋ ਇਸ ਦੀ ਰਾਈਟ ਆਨਸਰ ਕੀ ਹੈ, ਕੋਈ ਵੀ ਨਹੀਂ। ਔਰ 39 ਤੋਂ ਬਾਅਦ ਵਾਲੇ ਕੁਐਸਚਨ ਕਿੱਥੇ ਚਲੇ ਗਏ, ਕੋਈ ਗੱਲ ਨਹੀਂ, ਉਹ ਜਿਹੜੇ ਕੁਐਸਚਨਸ ਰਹਿ ਗਏ ਨੇ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰ ਲਾਂਗੇ, ਸ਼ਾਇਦ ਮਿਸਿੰਗ ਹੋ ਗਏ ਨੇ। ਠੀਕ ਹੈ, ਇਹ ਕੁਐਸਚਨ ਫਿਲਹਾਲ ਅੱਗੇ ਕਰ ਲਓ। 49 ਵਾਲਾ, ਵਿਆਕਰਣ ਸਿਖਲਾਈ ਸੰਬੰਧੀ ਕਿਹੜਾ ਕਥਨ ਦਰੁਸਤ ਹੈ। ਵਿਆਕਰਣ ਨੂੰ ਪਾਠ ਦੇ ਸੰਦਰਭ ਵਿੱਚ ਪੜ੍ਹਾਉਣਾ ਚਾਹੀਦਾ ਹੈ। ਵਿਆਕਰਣ ਦੀ ਵੱਖਰੀ ਪੁਸਤਕ ਹੋਣੀ ਚਾਹੀਦੀ ਹੈ। ਵਿਆਕਰਣ ਦੀ ਜਮਾਤ ਵੱਖਰੀ ਹੋਣੀ ਚਾਹੀਦੀ ਹੈ। ਵਿਆਕਰਣ ਦੀ ਸਿਖਲਾਈ ਨਹੀਂ ਹੋਣੀ ਚਾਹੀਦੀ। ਰਾਈਟ ਆਨਸਰ ਕੀ ਹੈ, ਵਿਆਕਰਣ ਨੂੰ ਪਾਠ ਦੇ ਸੰਦਰਭ ਵਿੱਚ ਹੀ ਪੜ੍ਹਾਉਣਾ ਚਾਹੀਦਾ ਹੈ। ਨੈਕਸਟ ਕੁਐਸਚਨ ਹੈ, ਪੰਜਾਬੀ ਵਿਆਕਰਣ ਸਿੱਖਣ ਸਿਖਾਉਣ ਦੀ ਦਰੁਸਤ ਵਿਧੀ ਕਿਹੜੀ ਹੈ। ਸੋ ਕਿਹੜੀ ਵਿਧੀ ਹੈ, ਪੰਜਾਬੀ ਬੋਲਣ ਵਾਲੇ ਲੋਕਾਂ ਦੇ ਨਾਲ ਰਹਿ ਕੇ ਸਿੱਖਣਾ, ਪਾਠ ਪੁਸਤਕਾਂ ਦੇ ਅਧਿਐਨ ਨਾਲ ਸਿੱਖਣਾ,
ਤਰਜਮੇ ਨਾਲ ਭਾਸ਼ਾ ਸਿੱਖਣਾ, ਵਿਆਕਰਣ ਪੁਸਤਕਾਂ ਰਾਹੀਂ ਸਿੱਖਣਾ। ਸੋ ਇਸ ਦੀ ਰਾਈਟ ਆਨਸਰ ਕੀ ਹੈ? ਪਾਠ ਪੁਸਤਕਾਂ ਦੇ ਅਧਿਐਨ ਰਾਹੀਂ ਸਿੱਖਣਾ। ਸੋ ਲਾਸਟ ਕੁਐਸਚਨ ਆਪਣੇ ਕੋਲ ਹੈ, ਬਾਕੀ ਕੁਐਸਚਨ ਜਿਹੜੇ ਰਹਿ ਗਏ ਨੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰ ਲਾਂਗੇ। ਅਜੋਕੇ ਸਮੇਂ ਵਿੱਚ ਕਿਹੜੀ ਅਨੁਵਾਦ ਵਿਧੀ ਕਾਮਯਾਬ ਹੈ? ਪੂਰਨ ਅਨੁਵਾਦ, ਅਪੂਰਨ ਅਨੁਵਾਦ, ਮਿਨੀ ਅਨੁਵਾਦ ਜਾਂ ਫਿਰ ਵਿਆਕਰਣ ਅਨੁਵਾਦ। ਸੋ ਇਸ ਦੀ ਰਾਈਟ ਆਨਸਰ ਕੀ ਹੈ? ਅਜੋਕੇ ਸਮੇਂ ਦੇ ਵਿੱਚ ਕਿਹੜੀ ਅਨੁਵਾਦ ਵਿਧੀ ਕਾਮਯਾਬ ਹੈ? ਵਿਆਕਰਣ ਅਨੁਵਾਦ। ਇਹ ਸੀਗੇ ਆਪਣੇ ਅੱਜ ਦੇ ਇੰਪੋਰਟੈਂਟ ਕੁਐਸਚਨਸ। ਆਈ ਹੋਪ ਤੁਹਾਨੂੰ ਕੁਐਸਚਨਸ ਅੱਛੇ ਲੱਗੇ ਹੋਣਗੇ, ਕਾफ़ी ਹੈਲਪਫੁਲ ਵੀ ਹੋਏ ਹੋਣਗੇ, ਤੁਹਾਡੀ ਕਾफ़ी ਪ੍ਰੈਕਟਿਸ ਹੋਈ ਹੋਏਗੀ। ਸੋ ਵੀਡੀਓ ਚੰਗੀ ਲੱਗੀ ਹੈ, ਕੁਐਸਚਨਸ ਅੱਛੇ ਲੱਗੇ ਨੇ ਤਾਂ ਚੈਨਲ ਨੂੰ, ਵੀਡੀਓ ਨੂੰ ਲਾਈਕ ਕਰਕੇ ਔਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਈਏ। ਇਸੇ ਤਰੀਕੇ ਨਾਲ ਜਿਹੜੀ ਕਲਾਸਿਸ ਨੇ ਆਪਾਂ ਕੰਟੀਨਿਊ ਕਰਾਂਗੇ। ਥੈਂਕ ਯੂ ਸੋ ਮਚ।